ਸਰਦਾਰ ਮਨਪ੍ਰੀਤ ਸਿੰਘ ਵਾਲੀ ਜਿੰਦਾਬਾਦ। ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ। ਸਰਦਾਰ ਮਨਪ੍ਰੀਤ ਸਿੰਘ ਵਾਲੀ ਜਿੰਦਾਬਾਦ। ਚਲੋ ਉਧਰ चलाई है बरसात सेवा की कौन दी बथेरी इन्होंने सेवा की लोगों दी बथेरी इन्होंने जिम्मेवारी हो इन्होंने बना दी ओए इन्होंने बना दी ओ ककड़ी का विरोध दबा दो ककड़ी का विरोध दबा दो मेरे बहुत ही सत्कारयोग सरदार मनप्रीत साहब जी जो कि अपने विचार पहुंच चुके हैं अपने एमएलए साहबान पहला भी एमएलए सी हुण भी एमएलए ते और वाले भी एमएलए ही ने ਇਹਨਾਂ ਵਾਲਾ ਬੜਾ ਮਾਣ ਸਤਿਕਾਰ ਪਿਆਰ ਤੇ ਜਗ੍ਹਾ ਮੈਂ ਦਰਬਾਰ ਕਰਦਾ ਸਾਡੇ ਚੇਅਰਮੈਨ ਸਾਹਿਬ ਸਰਦਾਰ ਜਗਦੀਸ਼ ਸਿੰਘ ਜੀ ਗੋਰਸੀਆਂ ਉਹਨਾਂ ਵੱਲੋਂ ਵੀ ਮਾਣ ਸਤਿਕਾਰ ਹੈ ਧੰਨਵਾਦ ਹਰਭਜਨ ਸਾਊਂਡ ਸਰਵਿਸ ਜਿਹੜੇ ਕਿ ਆਪਣੇ ਸਰਦਾਰ ਹਰਭਜਨ ਸਿੰਘ ਜੀ ਪਵਾਰ ਸਾਊਂਡ ਸਰਵਿਸ ਵਾਲੇ ਨੇ ਉਹਨਾਂ ਵੱਲੋਂ ਵੀ 500 ਰੁਪਇਆ ਜੱਥੇ ਨੂੰ ਮਾਣ ਸਤਿਕਾਰ ਭੇਜਿਆ ਗਿਆ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਵੀਰਾਂ ਭਰਾਵਾਂ ਵੱਲੋਂ ਮਾਣ ਸਤਿਕਾਰ ਆਇਆ ਧੰਨਵਾਦ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਸਤਿਕਾਰਯੋਗ ਕੀਟੂ ਬਾਣੀਆ ਜੀ ਨੂੰ ਕਿ ਸਟੇਜ ਦੇ ਉੱਤੇ ਆ ਕੇ ਆਪਣੇ ਕੀਮਤੀ ਵਿਚਾਰ ਸਾਂਝੇ ਕਰਨ ਕੀਟੂ ਬਾਣੀਆ ਜੀ ਨਗਰ ਨਿਵਾਸੀ ਸਾਰੇ ਹੀ ਪਤਵੰਤੇ ਸੱਜਣ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਾਹਿਬਾਨ ਡਾਕਟਰ ਸਾਹਿਬਾਨ ਨਗਰ ਨਿਵਾਸੀ ਮੇਰੀਆਂ ਭੈਣਾਂ ਮਾਤਾਵਾਂ ਨੌਜਵਾਨ ਵੀਰੋ ਬਜ਼ੁਰਗੋ ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਤੁਹਾਡੇ ਨਗਰ ਦੇ ਵਿੱਚ ਜੋ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ 20 ਫਰਵਰੀ ਨੂੰ ਉਹਦੇ ਸਬੰਧ ਵਿੱਚ ਬੇਨਤੀ ਕਰਨ ਲਈ ਆਏ ਹਾਂ। ਹਰ 5 ਸਾਲ ਬਾਅਦ ਇਲੈਕਸ਼ਨ ਹੁੰਦੀ ਆ ਅਤੇ ਲੋਕ ਆਪਣੇ ਨੁਮਾਇੰਦੇ ਚੁਣ ਕੇ ਵਿਧਾਨ ਸਭਾ 'ਚ ਭੇਜਦੇ ਆ ਤੇ ਜਿਸ ਪਾਰਟੀ ਨੂੰ ਬਹੁਮਤ ਮਿਲਦਾ ਉਹਨਾਂ ਦੀ ਸਰਕਾਰ ਬਣਦੀ ਆ। ਅੱਜ ਤੋਂ 5 ਸਾਲ ਪਹਿਲਾਂ ਜਦੋਂ ਇਲੈਕਸ਼ਨ ਹੋਈ ਉਦੋਂ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੀ ਅਤੇ ਹਲਕੇ ਦਾਖੇ ਤੋਂ ਫੂਲਕਾ ਸਾਹਿਬ ਐਮਐਲਏ ਚੁਣੇ ਗਏ। ਹਾਲਾਂਕਿ ਫੂਲਕਾ ਸਾਹਿਬ ਦਾ ਸਾਡੇ ਇਲਾਕੇ ਨਾਲ ਸੰਬੰਧ ਕੋਈ ਨਹੀਂ ਸੀਗਾ। ਦਿੱਲੀ ਦਾ ਰਹਿਣ ਵਾਲਾ ਇੱਕ ਵਿਅਕਤੀ ਆਇਆ ਕਦੇ ਵਿਚਰਿਆ ਨਹੀਂ ਸੀ ਉਹਨੂੰ ਮੇਰਾ ਖਿਆਲ ਆਪਣੇ ਹਲਕੇ ਦੇ 20 ਪਿੰਡਾਂ ਦਾ ਨਾਮ ਨਹੀਂ ਪਤਾ ਸੀ। ਕੱਲੀ ਵੋਟ ਨਹੀਂ ਨੋਟ ਵੀ ਦਿੱਤੇ ਉਹਨੂੰ ਸਾਡੇ ਐਨਆਰਆਈਆਂ ਨੇ ਕਰੋੜਾਂ ਅਰਬਾਂ ਰੁਪਈਆ ਦਿੱਤਾ ਉਹਨੂੰ। ਤਾਂ ਮੈਨੂੰ ਉਦੋਂ ਫੋਨ ਆਇਆ ਇੱਕ ਵਾਰ ਪਿਛਲੀ ਇਲੈਕਸ਼ਨ ਚੱਲ ਰਹੀ ਸੀ ਆਸਟ੍ਰੇਲੀਆ ਦੇ ਇੱਕ ਗੁਰਦੁਆਰਾ ਸਾਹਿਬ ਤੋਂ ਕਹਿੰਦਾ ਜੀ ਮੀਟਿੰਗ ਹੋਈ ਆ ਇੱਥੇ ਫੂਲਕਾ ਸਾਹਿਬ ਲਈ ਇੱਕ ਗੁਰਦੁਆਰਾ ਸਾਹਿਬ ਤੋਂ 1.5 ਕਰੋੜ ਇਕੱਠਾ ਹੋਇਆ ਤੇ ਕਿੰਨੇ ਗੁਰੂ ਘਰ ਆਸਟ੍ਰੇਲੀਆ ਕੈਨੇਡਾ ਅਮਰੀਕਾ ਇੰਗਲੈਂਡ 'ਚ ਵੀ ਕਿੰਨਾ ਪੈਸਾ ਨੂੰ ਮਿਲਿਆ ਹੋਊਗਾ। ਅਰਬਾਂ ਰੁਪਈਆ ਮੇਰਾ ਖਿਆਲ ਆਉਣ ਵਾਲੀਆਂ ਉਹਦੀਆਂ ਪੁਸ਼ਤਾਂ ਨੂੰ ਕੰਮ ਕਰਨ ਦੀ ਲੋੜ ਨਹੀਂ। ਜੋ ਦਾਖੇ ਤੋਂ ਇਲੈਕਸ਼ਨ ਲੜ ਕੇ ਗਿਆ ਇਸ ਗੱਲ ਕਿ ਉਹਨੂੰ ਇੰਨਾ ਅਰਬਾਂ ਰੁਪਈਆ ਮਿਲਿਆ ਤੇ ਨਾਲੇ ਨੋਟ ਨਾਲੇ ਵੋਟ ਤੇ ਉਹ ਬਣ ਕੇ ਉਹਨੇ ਕੀ ਲੈਣਾ ਲੋਕਾਂ ਤੋਂ। ਉਹਨੇ ਤੁਹਾਡੇ ਤੋਂ ਥੋੜੀ ਲੈਣਾ ਸੀ ਕੁਝ ਤੁਹਾਨੂੰ ਲੋੜ ਸੀ ਉਹਦੀ। ਤੁਸੀਂ ਲੋਕ ਬਦਲਾਅ ਚਾਹੁੰਦੇ ਸੀਗੇ ਲੋਕ ਬਦਲਾਅ ਚਾਹੁੰਦੇ ਸੀਗੇ ਉਹ ਬਦਲਾਅ ਕਰਕੇ ਚਲੇ ਗਿਆ। ਉਹ ਨੋਟ ਵੀ ਲੈ ਗਿਆ ਵੋਟ ਵੀ ਲੈ ਗਿਆ ਤੇ ਨਾ ਉਹਨੇ ਮੁੜ ਕੇ ਕਿਸੇ ਦੀ ਬਾਹ ਫੜੀ ਨਾ ਲੋਕਾਂ ਦੇ ਕੀ ਫੜਨੀ ਸੀ ਜਿਹੜੇ ਉਹਦੇ ਲਈ ਵਲੰਟੀਅਰ ਅੱਗੇ ਲਾ ਕੇ ਲੜਾਈ ਲੜਦੇ ਸੀ ਉਹਨਾਂ ਦੀ ਬਾਹ ਨਹੀਂ ਫੜੀ। ਫਿਰ ਅਸਤੀਫਾ ਦੇਤਾ 2.5 ਸਾਲ ਐਮਐਲਏ ਦੇ ਹੋਣ ਦੇ ਬਾਵਜੂਦ ਹਲਕਾ ਨਿਵਾਸ ਰਿਹਾ। ਜਿਮਨੀ ਚੋਣ ਆ ਗਈ ਹੁਣ ਜਿਮਨੀ ਚੋਣ ਤਾਂ ਸਾਡੇ ਕੋਲ ਤਾਂ ਚਾਰਾ ਹੀ ਕੋਈ ਨਹੀਂ ਸੀ ਇਲੈਕਸ਼ਨ ਲੜਨ ਤੋਂ ਬਿਨਾਂ ਕੀ ਕਰਦੇ ਪਰ ਪਰਮਾਤਮਾ ਦੀ ਕਿਰਪਾ ਤੁਹਾਡਾ ਸਾਥ ਮਿਲਿਆ ਤੇ ਆਪਾਂ ਜਿੱਤ ਗਏ। ਬੜੀਆਂ ਧੱਕੇਸ਼ਾਹੀਆਂ ਉਸ ਇਲੈਕਸ਼ਨ 'ਚ ਹੋਈਆਂ ਪਰਚੇ ਹੋਏ ਸਾਡੇ ਵਰਕਰਾਂ ਨੂੰ ਤੰਗ ਪਰੇਸ਼ਾਨ ਕੀਤਾ ਕਿਸੇ ਨੂੰ ਚੱਕ ਕੇ ਕਿਸੇ ਜ਼ਿਲ੍ਹੇ 'ਚ ਲੈ ਗਏ ਕਿਤੇ ਲੈ ਗਏ ਪਰ ਫਿਰ ਵੀ ਆਪਾਂ ਜਿੱਤ ਗਏ ਤੇ 2.5 ਸਾਲ ਜਿਹੜੇ ਲੰਘੇ ਆ ਉਸ ਹਾਰ ਦਾ ਬਦਲਾ ਸਾਡੇ ਵਰਕਰਾਂ ਤੋਂ ਲਿਆ ਗਿਆ। ਬਹੁਤ ਤੰਗ ਪਰੇਸ਼ਾਨ ਕੀਤਾ ਗਿਆ। ਸਾਡੇ ਸਰਪੰਚ ਸਸਪੈਂਡ ਕੀਤੇ ਸਾਰੇ
ਕਤਲ ਤੱਕ ਦੇ ਝੂਠੇ ਪਰਚੇ ਸਾਡੇ ਵਰਕਰਾਂ ਤੇ ਹੋਏ। ਆ ਸੁਸਾਇਟੀਆਂ ਦੀ ਜੋ ਇਲੈਕਸ਼ਨ ਹੁੰਦੀ ਸੀ ਨਾ, ਲਿਸਟ ਆ ਜਾਂਦੀ, ਸੰਧੂ ਸਾਹਿਬ ਨੇ ਭੇਜੀ ਹੈ, ਲਿਸਟ ਲਾ ਕੇ ਜਾਣੀ ਹੈ ਤੇ ਉਹੀ ਮੈਂਬਰ ਉਹੀ ਪ੍ਰਧਾਨ ਬਣਦੇ ਰਹੇ। ਤੇ ਹੁਣ ਫਿਰ ਇਲੈਕਸ਼ਨ ਆ ਗਈ ਆ, ਹੁਣ ਜਿੰਨੇ ਉਮੀਦਵਾਰ ਖੜੇ ਨੇ ਤੁਸੀਂ ਦੇਖ ਲਓ ਵੀ ਉਹਨਾਂ ਚੋਂ ਸਾਡੇ ਹਲਕੇ ਨਾਲ ਸੰਬੰਧਿਤ ਹੈ ਕੋਈ? ਜਿਹੜਾ ਸੰਧੂ ਆ ਇਹ ਫਰੀਦਕੋਟ ਦਾ ਰਹਿਣ ਵਾਲਾ, ਇਹਦਾ ਸਾਡੇ ਇਲਾਕੇ ਨਾਲ ਸੰਬੰਧ ਕੀ ਆ? ਇਹਦਾ ਜਿਮਨੀ ਚੋਣ ਸਾਨੂੰ ਕੁੱਟ ਕੇ ਜਿੱਤਣ ਲਈ ਆਇਆ ਸੀਗਾ। 2.5 ਸਾਲ ਦਾ ਗਿਆ ਇਸ ਕਰਕੇ ਨਹੀਂ ਵੀ ਇੱਥੇ ਰੇਤੇ ਦਾ ਕੰਮ ਇਹਦਾ ਚੱਲਦਾ, ਹਰ ਦਫ਼ਤਰ ਚੋਂ ਮਹੀਨਾ ਇਹਨੂੰ ਆਉਂਦਾ, ਜਾਣਾ ਕਿੱਥੇ ਆ? ਕਮਾਈ ਤਾਂ ਇੱਥੋਂ ਹੋ ਰਹੀ ਆ। ਹੁਣ ਇਹਨੇ ਇੱਕ ਮੀਟਿੰਗ ਬੁਲਾਈ, ਕਹਿੰਦਾ ਜੇ ਮੈਂ ਹੁਣ ਹਾਰ ਗਿਆ ਹੁਣ ਨਹੀਂ ਆਉਂਦਾ ਹਲਕੇ 'ਚ, ਕਿਉਂਕਿ ਇੱਥੇ ਕਿਹੜਾ ਕੋਈ ਟਿਕਾਣਾ ਵਾ, ਇੱਥੇ ਹੀ ਚੱਕਣਾ ਵਾ, ਆਪਾਂ ਚੰਡੀਗੜ੍ਹ ਚਲੇ ਜਾਣਾ। ਆ ਦੂਸਰਾ ਇੱਕ ਕਿਸਾਨ ਵੱਲੋਂ ਖੜਾ ਜਥੇਬੰਦੀ ਜਿਹੜੀ ਬਣੀ ਆ, ਉਹ ਮੱਖੂ ਤੋਂ ਆ ਕੇ ਖੜ ਗਿਆ। ਮੇਰਾ ਖਿਆਲ ਆ ਉਹਨੂੰ ਕਿਸਾਨੀ ਬਾਰੇ ਪਤਾ ਕੋਈ ਨਹੀਂ, ਪਤਾ ਹੀ ਕੁਝ ਨਹੀਂ। ਹਲਕੇ 'ਚੋਂ ਕਿਸਾਨ ਹੀ ਨਹੀਂ ਮਿਲਿਆ ਜਥੇਬੰਦੀ ਨੂੰ, ਕੋਈ ਹਲਕੇ ਦਾ ਕਿਸਾਨ ਖੇਤੀ ਕਰਨ ਨੂੰ ਟਿਕਟ ਦਿਓ, ਕਿਸਾਨਾਂ ਨੂੰ ਤਾਂ ਕਿਸਾਨ ਨੂੰ ਦੇ ਦਿਓ। ਉਹ ਬੰਦੇ ਦੇ ਪਿਛੋਕੜ ਬਾਰੇ ਮੈਂ ਨਾ ਹੀ ਗੱਲ ਕਰਾਂ ਤਾਂ ਚੰਗੀ ਗੱਲ ਆ। ਜਿਹੜੇ ਕੋਈ ਉਹਦੀ ਮਦਦ ਕਰਨਾ ਚਾਹੁੰਦਾ, ਕੋਈ ਉਹਨੂੰ ਕਹੇ ਵੀ ਇਹਦੇ ਬਾਰੇ ਕੋਈ ਪੜਤਾਲ ਕਰੇ ਸਾਰੇ, ਵੀ ਇਹਦਾ ਪਿਛੋਕੜ ਕੀ ਆ। ਪੈਸੇ ਮੰਗਦਾ ਹੀ ਤਾਂ ਖੜਾ ਹੋਇਆ ਇੱਥੇ, ਜੇ ਮੈਂ ਗੱਲਾਂ ਦੱਸਦੇ ਹੈਰਾਨ ਰਹਿ ਜਾਓਗੇ ਸੁਣ ਕੇ। ਸੋ ਅਸੀਂ ਜਦੋਂ ਹੀ ਦੇਖ ਲੈਂਦੇ ਵੀ ਆ ਨਵਾਂ ਆ ਗਿਆ, ਵੀ ਨਵੇਂ ਮਗਰ ਤੁਰ ਪਈਏ। ਕੋਈ ਵੀ ਜਿਹੜਾ ਕੈਂਡੀਡੇਟ ਆਉਂਦਾ ਤੁਹਾਡੇ ਕੋਲੇ ਹਲਕੇ ਦਾ ਹੋਵੇ, ਗੁਆਂਢ ਪਿੰਡ ਦਾ ਪਤਾ ਲੱਗ ਜਾਂਦਾ। ਮੇਰੇ ਬਾਰੇ ਤੁਸੀਂ ਪਤਾ ਕਰਨਾ, ਮੇਰੇ ਪਿੰਡ ਜਾ ਕੇ ਪਤਾ ਕਰ ਲਿਓ। ਕਈ ਰਿਸ਼ਤੇਦਾਰੀਆਂ ਵੀ ਇੱਥੇ ਹੋਣਗੀਆਂ, ਸਾਡੀਆਂ 7 ਪੁਸ਼ਤਾਂ ਦਾ ਦੱਸ ਦੇਣਗੇ ਵੀ ਇਹਨਾਂ ਦੀ ਕੀ ਸੋਚ ਆ, ਕੀ ਕੰਮ ਆ, ਕਿੰਨੀ ਜਾਇਦਾਦ ਇਹਨਾਂ ਕੋਲੇ, ਇਹਨਾਂ ਨੇ ਕਦੇ ਕਿਸੇ ਨਾਲ ਕੋਈ ਠੱਗੀ ਮਾਰੀ ਆ, ਕਦੇ ਕਿਸੇ ਨਾਲ ਕੋਈ ਧੋਖਾ ਕੀਤਾ, ਕਦੇ ਕਿਸੇ ਕੋਲ ਕੰਮ ਕਰਾ ਕੇ ਕਿਸੇ ਦੇ ਪੈਸੇ ਮਾਰੇ ਆ, ਜਾਂ ਕਦੇ ਕੋਈ ਜਵਾਨ ਕਰਕੇ ਕਦੇ ਮੁੱਕਰੇ ਆ, ਕਦੇ ਤੁਹਾਨੂੰ ਸਾਰਾ ਪਿੰਡ ਦੀ ਪਤਾ ਲੱਗ ਜਾਂਦਾ। ਸਾਰਾ ਉਹਨਾਂ ਕੋਲੇ ਪੁਸ਼ਤਾਂ ਦਾ ਲੇਖਾ ਜੋਖਾ ਹੁੰਦਾ। ਤੇ ਇਹਨਾਂ ਦੇ ਕਿਸੇ ਪਿੰਡ ਜਾ ਕੇ ਪਤਾ ਕਰਿਆ ਉਹ ਬੰਦਿਆਂ ਦੇ ਬਾਰੇ ਜਿਹੜੇ ਖੜੇ ਨੇ, ਕਿ ਇਹਨਾਂ ਦਾ ਪਿਛੋਕੜ ਕੀ ਆ, ਜਿੰਨੇ ਵੀ ਖੜੇ ਨੇ। ਕਿਉਂਕਿ ਜਿਹੜਾ ਬੰਦਾ ਪਿੰਡ 'ਚ ਰਹਿੰਦਾ ਹੁੰਦਾ ਉਹਦਾ ਸਾਰੇ ਪਿੰਡ 'ਚ ਪਤਾ, ਸ਼ਹਿਰ 'ਚ ਰਹਿਣ ਵਾਲੇ ਨੂੰ ਜਾਣਦਾ ਹੀ ਕੋਈ ਨਹੀਂ ਹੁੰਦਾ। ਉਹਦੇ ਪਿੰਡ ਜਾ ਕੇ ਪਤਾ ਲੱਗਦਾ ਫਿਰ ਇਹਨਾਂ ਦੀ ਕੀ ਸੋਚ ਆ, ਕੀ ਇਹ ਕਰਦੇ ਰਹੇ ਆ, ਕੀ ਕੀਤਾ। ਜਿਹੜਾ ਹੁਣ ਸੰਧੂ ਆ, ਇਹ ਪਹਿਲਾਂ ਟਰੈਵਲ ਏਜੰਟ ਹੁੰਦਾ ਸੀਗਾ, ਇਹ ਪਤਾ ਕਿਸੇ ਟਰੈਵਲ ਏਜੰਟ ਰਿਹਾ ਸਭ ਤੋਂ ਪਹਿਲਾਂ ਚੰਡੀਗੜ੍ਹ ਦੇ ਵਿੱਚ। ਫਿਰ ਇਹ ਹੌਲੀ ਹੌਲੀ ਜਗਮੀਤ ਬਰਾੜ ਦੀ ਗੱਡੀ ਚਲਾਉਣ ਲੱਗ ਗਿਆ। ਉਹਨੂੰ ਛੱਡ ਕੇ ਫਿਰ ਇਹ ਪ੍ਰਤਾਪ ਬਾਜਵੇ ਨਾਲ ਚਲੇ ਗਿਆ। ਫਿਰ ਜਦੋਂ ਕੈਪਟਨ ਪ੍ਰਧਾਨ ਬਣਿਆ, ਉਹਨੂੰ ਛੱਡ ਕੇ ਕੈਪਟਨ ਨਾਲ ਚਲੇ ਗਿਆ। ਫਿਰ ਜੋ ਕੈਪਟਨ ਲੈ ਗਿਆ, ਛੱਡ ਕੇ ਚੰਨੀ ਨਾਲ ਚਲੇ ਗਿਆ। ਕੋਈ ਵੀ ਦੀਨ ਮੱਝ ਬਣੀ, ਇੱਕੋ ਹੀ ਕੰਮ ਆ, ਸਿਰਫ ਪੈਸਾ ਕਮਾਉਣਾ ਏਜੰਡਾ, ਬਸ ਕਿਵੇਂ ਪੈਸਾ ਲੁੱਟਣਾ। ਇਹਨਾਂ ਲੋਕਾਂ ਦਾ ਏਜੰਡਾ ਇੱਕੋ ਹੀ ਹੈ ਬਸ। 10 ਸਾਲ ਅਸੀਂ ਸਰਕਾਰ 'ਚ ਰਹੇ ਹਾਂ, 5 ਸਾਲ ਆਪੋਜੀਸ਼ਨ 'ਚ ਰਹੇ ਹਾਂ। ਜਦੋਂ ਸਰਕਾਰ ਸੀ, ਵਿਰੋਧੀਆਂ ਨੇ ਬੜਾ ਕੁਝ ਕਿਹਾ, ਕਈ ਵਾਰ ਸੁਣ ਕੇ ਵੀ ਹੈਰਾਨੀ ਹੁੰਦੀ ਸੀ ਵੀ ਯਾਰ ਅਸੀਂ ਇਸ ਰਾਜਨੀਤੀ ਦੇ ਵਿੱਚ ਇਸ ਕੰਮ ਲਈ ਆਏ ਹੋਏ, ਅਸੀਂ ਕੋਈ ਕਿਸੇ ਦਾ ਕੋਈ ਸਰਕਾਰ ਤੋਂ ਫਾਇਦਾ ਲੈਣਾ, ਕੋਈ ਠੱਗੀ, ਲੋੜ ਕੀ ਆ, ਕਾਹਦੇ ਲਈ ਕਰਨਾ, ਪੈਸੇ ਲਈ ਕਰਨਾ, ਉਹ ਤਾਂ ਏਜੰਡਾ ਹੀ ਹੈ ਨਹੀਂ ਪੈਸਾ ਦਾ। ਉਹ ਤਾਂ ਅਸੀਂ ਆਪਣੇ ਹੀ ਸੰਭਾਲ ਲਈਏ। ਸਾਰੀ ਜ਼ਮੀਨ ਸਾਡੀ ਸ਼ਹਿਰ ਦੇ ਵਿੱਚ ਆ, ਉੱਥੇ ਪਤਾ ਹੀ ਹੈ ਕੀਮਤ ਕਿੰਨੀ ਹੈ ਜ਼ਮੀਨ ਦੀ। ਫਿਰ ਉੱਥੇ ਹੀ ਅਸੀਂ ਬਿਜ਼ਨਸ ਕਰ ਰਹੇ ਹਾਂ ਪਿਛਲੇ 30 ਸਾਲਾਂ ਤੋਂ। ਪਿੰਡ ਦੇ ਵਿੱਚ ਹੀ ਏਆਲੀ ਖੁਰਦ ਦੇ ਵਿੱਚ ਬਾਰਨਾੜਾ, ਤਲਵਾੜਾ ਤੇ ਨਾਲ ਵੀਰਵੀ, ਜਿੱਥੇ ਮੇਰਾ ਬਿਜ਼ਨਸ ਹੈਗਾ 30 ਸਾਲਾਂ ਤੋਂ ਚੱਲ ਰਿਹਾ। ਤੇ ਉੱਥੇ ਜਾ ਕੇ ਸਾਡੇ ਹੀ ਲੋਕ ਸਾਡੇ ਨਾਲ ਜੁੜੇ ਹੋਏ ਨੇ, ਜਿਨ੍ਹਾਂ ਤੋਂ ਅਸੀਂ ਜ਼ਮੀਨ ਖਰੀਦਦੇ ਆ। ਅਸੀਂ ਉੱਥੇ ਕਲੋਨੀ ਬਣਾਉਂਦੇ ਆ, ਆਪਣੀ ਵੀ ਵੇਚਦੇ ਆ, ਲੋਕਾਂ ਦੀ ਕਲੋਨੀ ਬਣਾ ਕੇ, ਫਲੈਟ ਬਣਾ ਕੇ ਉਹਨਾਂ ਨੂੰ ਅੱਗੇ ਜ਼ਮੀਨ ਲੈ ਕੇ ਦਿੰਦੇ ਆ ਵੀ ਜਿਹਨੇ ਉੱਥੇ 5 ਵੇਚੇ ਆ ਉਹਦੇ 50 ਬਣ ਜਾਣ, ਉਹਦਾ ਘਰ ਵੀ ਬਣ ਜਾਵੇ, ਉਹਦੀ ਹਰ ਤਰ੍ਹਾਂ ਦੀ ਨੂੰ ਸਲਾਹ ਵੀ ਦਿੰਦੇ ਆ। ਤੇ ਤੁਸੀਂ ਦੇਖੋ ਵੀ ਇਸ ਬਿਜ਼ਨਸ ਜਿੰਨੇ ਬੰਦੇ ਨੇ, ਕਿਸੇ ਨੂੰ ਸਮੇਂ ਸਿਰ ਪੈਸਾ ਨਹੀਂ, ਪਰ ਉਹਦੇ ਵਿੱਚ ਵੀ ਬੜਾ ਪਾਰਦਰਸ਼ੀ ਕੰਮ ਸਾਰਾ। ਕਹਿਣ ਦਾ ਮਤਲਬ ਵੀ ਕੋਈ ਸਰਕਾਰ ਤੋਂ ਫਾਇਦਾ ਲੈਣ ਦਾ ਆਪਣਾ ਏਜੰਡਾ ਹੀ ਹੈ ਨਹੀਂ, ਨਾ ਲੋੜ ਆ, ਨਾ ਲਿਆ ਤੇ ਨਾ ਲੈਣਾ। ਜੇ ਕੋਈ ਸਾਬਤ ਜਿੱਦਣ ਕਰ ਗਿਆ, ਉਸੇ ਦਿਨ ਹੀ ਆਪਾਂ ਅਸਤੀਫਾ ਦੇ ਦਿਆਂਗੇ। ਕੋਈ 100 ਰੁਪਏ ਦਾ ਵੀ ਸਾਬਤ ਕਰ ਦੇਵੇ, ਕੋਈ ਤੁਹਾਡੇ ਤੋਂ ਫੰਡ ਨਹੀਂ ਕਿਸੇ ਤੋਂ ਲਿਆ ਕਦੇ, ਕੋਈ ਕਿਸੇ ਨੂੰ ਤੁਹਾਨੂੰ ਵਿਗਾੜ ਨਹੀਂ ਪਾਈ। ਦੱਸਦੇ ਕੋਈ ਨਹੀਂ, ਲੀਡਰ ਦਾ ਬਹਾਨਾ ਲੱਭਦੇ ਆਈ ਆ, ਰੈਲੀ ਆ ਗਈ, ਜੇ ਖਰਚਾ 5 ਲੱਖ ਹੋਣਾ, ਇਕੱਠਾ 10 ਲੱਖ ਕਰਨਾ। ਸੋ ਕਹਿਣ ਤੋਂ ਭਾਵ ਕਿ ਇਹ ਲੋਕਾਂ ਦੇ ਬਾਰੇ ਹੁਣ ਜਿਹੜਾ ਆਮ ਆਦਮੀ ਵੱਲੋਂ ਖੜਾ, ਕਈ ਆਪਣੇ ਹਜੇ ਵੀ ਆਮ ਆਦਮੀ ਕਰਨ ਲੱਗ ਜਾਂਦੇ, ਉਹ ਬੰਦੇ ਬਾਰੇ ਪਤਾ ਕਰਿਓ ਜ਼ਰੂਰ ਜਾ ਕੇ, ਉਹ ਬੰਦਾ ਕੌਣ ਆ। ਬੱਦੋਵਾਲ ਪਿੰਡ ਦਾ ਕਾਲਜ ਆ, ਬੱਦੋਵਾਲ ਪਿੰਡ 'ਚ ਜਾ ਕੇ ਪੁੱਛ ਲਿਓ, ਹਾਲਾਂਕਿ ਇਹ ਤਰਨ ਦਾ ਉਹ, ਕਿ ਉਹਨੇ ਕਿਸੇ ਸਟੂਡੈਂਟ ਨੂੰ 100 ਰੁਪਏ ਛੱਡਿਆ ਕਦੇ?
ਜੇ ਦਿਨ ਵੀ ਲੇਟ ਹੋ ਗਿਆ ਨਾ ਕਿਸੇ ਦੀ ਫੀਸ, ਉਹਨੇ ਰੋਲ ਨੰਬਰ ਨਹੀਂ ਦਿੱਤਾ ਕਿਸੇ ਨੂੰ। ਸੋ ਇਹ ਲੋਕ ਕਦੇ ਉਹਦਾ ਨਾਮ ਸੁਣਿਆ, ਕਦੇ ਉਹਦੀ ਸ਼ਕਲ ਦੇਖੀ ਬੰਦੇ ਦੀ, ਮੈਂ ਤਾਂ ਜਿੱਦਾਂ ਟਿਕਟ ਮਿਲੀ ਉਦੋਂ ਹੀ ਸ਼ਕਲ ਦੇਖੀ ਆ ਉਹਦੀ। ਉਹਨੂੰ 20 ਪਿੰਡਾਂ ਦੇ ਨਾਮ ਪਤਾ ਹਲਕੇ ਦੇ। ਅਸੀਂ ਕਲੀਆਂ ਵੋਟਾਂ ਹੀ ਪਾਉਣੀਆਂ, ਉਹਨਾਂ ਨੂੰ ਪਹਿਲਾਂ ਤਾਂ ਕੰਮ ਵੀ ਲੈਣਾ ਹੁੰਦਾ ਕੋਈ ਵੋਟਾਂ ਪਾ ਕੇ ਆਪਾਂ ਬਣਾ ਕੇ ਤੋਰਨੇ ਹੁੰਦੇ ਆ ਵੀ ਨਵਾਂ ਆ ਗਿਆ ਇਹਨੂੰ ਬਣਾ ਕੇ ਤੋਰ ਦਈਏ ਅਸੀਂ ਬਸ ਛੇਤੀ, ਵੀ ਨਵਾਂ ਆਇਆ ਇਹਨੂੰ ਪਾ ਦਿਓ ਵੋਟਾਂ ਛੇਤੀ। ਜਿਹੜੇ ਸਾਡੇ ਇਲਾਕੇ ਦਾ ਰਾਹ ਨਹੀਂ ਜਾਣਦਾ ਕੋਈ, ਜਿਹੜਾ ਸਾਡੇ ਇਲਾਕੇ ਦੇ 20 ਪਿੰਡਾਂ ਦਾ ਨਾਮ ਵੀ ਨਹੀਂ ਜਾਣਦਾ, ਨਾ ਸਾਡੇ ਕਦੇ ਪਰਿਵਾਰ, ਨਾ ਪਿੰਡ 'ਚ, ਨਾ ਇਲਾਕੇ 'ਚ, ਨਾ ਉਹਨਾਂ ਨੇ ਸਮਾਜ ਲਈ ਕੋਈ ਦੇਣਾ ਵੀ ਇਹ ਆ ਗਿਆ ਜੀ ਇਹਨੂੰ ਪਾਓ, ਇਹ ਠੀਕ ਆ, ਨਵਾਂ ਬਾਰੇ ਮਰਜ਼ੀ ਤਾਂ ਲੋਕਾਂ ਦੀ ਆ ਨਾ। ਜੇ ਆਈ ਪੈਣ ਲੱਗ ਗਈਆਂ ਵੋਟਾਂ ਫਿਰ ਤਾਂ ਨਵੇਂ ਹੀ ਆਇਆ ਕਰਨਗੇ, ਫਿਰ ਤੁਹਾਨੂੰ ਲੱਭਿਆ ਕੋਈ ਨਹੀਂ ਕਰਨਾ ਵੋਟਾਂ ਤੋਂ ਬਾਅਦ। ਫਿਰ ਨਵੇਂ ਆਇਆ ਕਰਨਗੇ ਵੋਟਾਂ ਲੈ ਕੇ, ਜਿਵੇਂ ਫੂਲਕਾ ਗਿਆ ਉਵੇਂ ਇਹਨਾਂ ਨੂੰ ਕਦਰ ਕੀ ਆ, ਤੁਹਾਨੂੰ ਕਿਹੜਾ ਜਾਣਦੇ ਆ ਵੀ ਕਿਹਨੇ ਪਾਈਆਂ ਨੇ। ਸਾਨੂੰ ਤਾਂ ਪਤਾ ਵੀ ਆ ਪਰਿਵਾਰ ਆ, ਸਾਡੇ ਵਰਕਰ ਨੇ, ਹਰ ਪਿੰਡ ਦੇ ਵਰਕਰ ਦਾ ਪਤਾ, ਹਰ ਪਰਿਵਾਰ ਦਾ ਪਤਾ। ਅਸੀਂ ਉਹਨਾਂ ਦੇ ਦੁੱਖ ਸੁੱਖ 'ਚ 17-18 ਸਾਲਾਂ ਤੋਂ ਆਉਂਦੇ ਜਾਂਦੇ ਹਾਂ, ਲੇਕਿਨ ਇਹ ਤਾਂ ਮੌਕੇ ਤੇ ਹੀ ਆਉਂਦੇ ਨੇ। ਸੋ ਇਸ ਲਈ ਆਪਾਂ ਨੂੰ ਆ ਜਿਹੜੇ 12 ਦਿਨ ਨੇ, 12 ਦਿਨ ਰਹਿ ਗਏ, ਸੁਚੇਤ ਰਹਿਣ ਦੇ। 20 ਤੋਂ ਬਾਅਦ ਨਾ ਤੁਹਾਡੇ ਕੋਲ ਆਉਣਾ ਕਿਸੇ ਨੇ, ਨਾ ਤੁਹਾਨੂੰ ਬੁਲਾਉਣਾ ਕਿਸੇ ਨੇ, ਨਾ ਮਿਲਣਾ ਤੁਹਾਨੂੰ ਕਿਸੇ ਨੇ। ਆ 12 ਦਿਨ ਬਹੁਤ ਵੱਡੇ ਵੱਡੇ ਸਬਜ਼ ਬਾਗ ਦਿਖਾ ਦੇਣਗੇ, ਅਸਮਾਨ ਦੇ ਤਾਰੇ ਤੋੜ ਕੇ ਲਿਆਉਣ ਦੀਆਂ ਗੱਲਾਂ ਕਰ ਦੇਣਗੇ। ਮੈਂ ਇੱਥੇ ਕੋਈ ਤੁਹਾਡੇ ਨਾਲ ਲਾਰਾ ਨਹੀਂ ਲਾਉਣਾ ਆ, ਕੋਈ ਤੁਹਾਡੇ ਨਾਲ ਝੂਠਾ ਵਾਅਦਾ ਨਹੀਂ ਕਰਨਾ ਆ। ਜਿਹੜੇ ਕੰਮ ਕੀਤੇ ਆ ਤੁਹਾਡੇ ਸਾਹਮਣੇ ਆ, ਇਸ ਇਲਾਕੇ 'ਚ ਵਿਚਰੇ ਆ, ਲੋਕਾਂ ਦੇ ਨਾਲ ਦਿਲੋਂ ਲੋਕਾਂ ਨਾਲ ਜੁੜੇ ਆ ਤੇ ਦਿਲੋਂ ਕੰਮ ਕਰ ਰਹੇ ਆ। ਕਦੇ ਕਿਸੇ ਨੂੰ ਮੈਂ ਝੂਠਾ ਵਾਅਦਾ ਨਹੀਂ ਕੀਤਾ ਕਿਸੇ ਦੇ ਨਾਲ, ਕਿਸੇ ਨੂੰ ਕੋਈ ਲਾਰਾ ਨਹੀਂ ਲਾਇਆ, ਨਾ ਲੋੜ ਆ। ਸੋ ਇਹ ਨਗਰ ਬੜਾ ਪੰਥਕ ਨਗਰ ਰਿਹਾ, ਹਮੇਸ਼ਾ ਇੱਥੋਂ ਅਕਾਲੀ ਦਲ ਜਿੱਤਦਾ ਰਿਹਾ। ਲੇਕਿਨ ਜਿਮਨੀ ਚੋਣ 'ਚ ਥੋੜਾ ਦੁੱਖ ਹੋਇਆ ਕਿ ਇਸ ਪਿੰਡ 'ਚੋਂ ਸਾਡੀਆਂ ਥੋੜ੍ਹੀਆਂ ਵੋਟਾਂ ਘਟੀਆਂ ਨੇ, ਚਾਹੇ ਕਾਰਨ ਕੋਈ ਵੀ ਰਿਹਾ ਹੋਵੇ। ਲੇਕਿਨ ਹੁਣ ਤੁਹਾਡੀ ਵੱਡੀ ਜ਼ਿੰਮੇਵਾਰੀ ਆ ਸਾਰਿਆਂ ਦੀ ਕਿ ਇਸ ਪਿੰਡ ਦੇ ਵਿੱਚੋਂ ਆਪਾਂ ਇੱਕ ਵੋਟ ਆ ਜਿਹੜੀ ਉਹ ਤਕੜੀ ਚੋਣ ਨਿਸ਼ਾਨ ਤੇ ਪਾ ਕੇ ਪੰਥਕ ਪਿੰਡ ਦੇ ਵਿੱਚੋਂ, ਸਾਡਾ ਇਲਾਕਾ ਗੜ੍ਹ ਆ ਅਕਾਲੀ ਦਲ ਦਾ, ਪੰਥ ਦਾ ਗੜ੍ਹ ਰਿਹਾ ਇਲਾਕਾ ਇਹ। ਅਤੇ ਇੱਥੇ ਕਦੇ ਕਾਂਗਰਸ ਨਹੀਂ ਜਿੱਤੀ ਅੱਜ ਤੱਕ, ਕਦੇ 2 ਵਾਰ ਜਿੱਤੀ ਹੈ। ਇੱਕ ਵਾਰ ਜਦੋਂ ਬਾਈਕਾਟ ਸੀ ਅਕਾਲੀ ਦਲ ਦਾ, ਦੂਜਾ ਜਦੋਂ ਸਾਡਾ ਕੋਈ ਆਪਸੀ ਫੁੱਟ ਸੀ ਪਾਰਟੀ ਦੀ। ਨਹੀਂ, ਕਾਂਗਰਸ ਇੱਥੋਂ ਕਦੇ ਨਹੀਂ ਜਿੱਤ ਸਕਦੀ। ਇਸ ਲਈ ਲੀਡਰ ਜਿੰਨੇ ਵੀ ਹੁੰਦੇ ਆ ਉਹ ਪਾਰਟੀ ਦੇ ਵਫਾਦਾਰ ਨਹੀਂ ਹੁੰਦੇ, ਟਿਕਟ ਨਾਲ ਹੁੰਦੇ। ਜੇ ਟਿਕਟ ਮਿਲ ਗਈ ਤਾਂ ਉਹ ਪਾਰਟੀ ਵਧੀਆ। ਪਿੱਛੇ ਮੈਨੂੰ ਕਾਫੀ ਰੌਲਾ ਪਿਆ, ਕਹਿੰਦੇ ਵੀ ਇਹ ਵਾਲੀ ਭਾਜਪਾ 'ਚ ਸ਼ਾਮਲ ਹੋਣ ਲੱਗਿਆ। ਮੈਨੂੰ ਕਈ ਫੋਨ ਆਏ, ਮੈਂ ਕਿਹਾ ਮੈਨੂੰ ਕੋਈ ਪ੍ਰਧਾਨ ਮੰਤਰੀ ਬਣਾ ਦੇ, ਮੈਂ ਤਾਂ ਨਹੀਂ ਜਾਂਦਾ ਭਾਜਪਾ ਦੇ ਵਿੱਚ। ਆਮ ਆਦਮੀ ਪਾਰਟੀ ਵਾਲਿਆਂ ਨੇ ਜਿੰਨਾ ਮੈਨੂੰ ਉਹਨਾਂ ਨੇ ਅਪਰੋਚ ਕੀਤਾ ਵੀ ਇੱਕ ਮੀਟਿੰਗ ਕਰ ਲਓ, ਬੜੇ ਟੈਲੀਫੋਨ ਇਹਨਾਂ ਦੇ ਆਉਂਦੇ ਰਹੇ। ਮੈਂ ਕਿਹਾ ਕਦ ਲਈ ਕਰਨੀ ਆ? ਜਦੋਂ ਉਹ ਕਹਿੰਦੇ ਤੁਸੀਂ ਚਾਹੁੰਦੇ ਕੀ ਹੋ? ਮੈਂ ਚਾਹੁੰਦਾ ਵੀ ਇਹ ਜਿਹੜੀ ਸਾਡੀ ਪੰਥਕ ਮਹਾਂ ਪਾਰਟੀ ਆ ਅਕਾਲੀ ਦਲ, ਅਸੀਂ ਇਹਦੇ 'ਚ ਰਹੀਏ ਅਖੀਰਲੇ ਸਮੇਂ ਤੱਕ, ਚਾਹੇ ਸਾਨੂੰ ਕੁਝ ਮਿਲੇ ਚਾਹੇ ਨਾ ਮਿਲੇ। ਸੋ ਕਹਿਣ ਤੋਂ ਭਾਵ ਕਿ ਇੱਥੇ ਲੀਡਰ ਨੇ ਜਿਹੜੇ ਅੱਜ ਟਿਕਟ ਮਿਲ ਗਈ ਪਾਰਟੀ ਚੰਗੀ ਆ, ਨਹੀਂ ਮਿਲੀ ਤਾਂ ਪਾਰਟੀ ਮਾੜੀ ਆ। ਸੋ ਟਿਕਟ ਨਾਲ ਹੀ ਪਾਰਟੀਆਂ ਨੇ, ਲੋਕ ਵਫਾਦਾਰ ਨੇ, ਵਰਕਰ ਵਫਾਦਾਰ ਨੇ ਪਾਰਟੀ ਦੇ, ਪਰ ਲੀਡਰ ਬਹੁਤ ਘੱਟ ਨੇ ਜਿਹੜੇ ਪਾਰਟੀ ਦੇ ਵਫਾਦਾਰ ਹੁੰਦੇ ਨੇ। ਸੋ ਇਸ ਲਈ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਇਸ ਜਿਹੜੀ ਸਾਡੀ ਸਿੱਖ ਕੌਮ ਦੀ ਨੁਮਾਇੰਦਾ ਪੰਥਕ ਜਥੇਬੰਦੀ ਆ, ਮੈਂ ਉਹਦੇ ਵਿੱਚ ਪਾਰਟੀ ਨੇ ਮੈਨੂੰ ਸੇਵਾ ਦਾ ਮੌਕਾ ਦਿੱਤਾ ਹੋਇਆ ਤੇ ਲੋਕ ਹਮੇਸ਼ਾ ਹੀ ਬੜਾ ਮਾਣ ਦਿੰਦੇ ਆ। ਤੇ ਜਿਮਨੀ ਚੋਣ ਦੀ ਜਿਹੜੀ ਜਿੱਤ ਆ ਉਹਨੇ ਬਹੁਤ ਵੱਡਾ ਇੱਕ ਇਤਿਹਾਸਿਕ ਇਤਿਹਾਸ ਸਿਰਜਿਆ। ਸੋ ਇਸ ਲਈ ਹੁਣ ਵੀ ਆਪਾਂ ਆ 10-12 ਦਿਨ ਅਸੀਂ ਪੂਰੇ ਅਲਰਟ ਰਹੀਏ ਤਾਂ ਜੋ ਕੋਈ ਵੀ ਸਾਨੂੰ ਗੁੰਮਰਾਹ ਕਰਕੇ ਘਰਾਂ ਦੇ ਵਿੱਚ ਲੜਾਈਆਂ ਕਰਾ ਜਾਂਦੇ ਨੇ, ਵੋਟਾਂ 'ਚ ਆਉਂਦੇ ਆ, ਘਰਾਂ 'ਚ ਕਲੇਸ਼ ਪਵਾ ਜਾਂਦੇ ਨੇ, ਪਿੰਡਾਂ 'ਚ ਪਵਾ ਜਾਂਦੇ ਨੇ ਲੋਕ, ਤੇ ਮੁੜ ਕੇ ਅਸੀਂ ਉਸੇ ਘਰ 'ਚ ਰਹਿਣਾ ਹੁੰਦਾ, ਉਸੇ ਪਿੰਡ 'ਚ ਰਹਿਣਾ ਹੁੰਦਾ, ਉਹਨਾਂ ਨੇ ਮੁੜ ਕੇ ਆਉਣਾ ਕਦੇ ਨਹੀਂ ਹੁੰਦਾ। ਸੋ ਇਹਨਾਂ ਲੋਕਾਂ ਤੋਂ ਆਪਾਂ ਬਚਿਆ ਕਰੀਏ ਜ਼ਰੂਰ। ਆ ਸੋਸ਼ਲ ਮੀਡੀਆ ਇਹਦੇ ਤੇ ਬੜਾ ਕੁਝ ਝੂਠਾ ਸੱਚਾ ਬੜਾ ਕੁਝ ਆਉਂਦਾ ਵਾ, ਤੇ ਲੇਕਿਨ ਜੇ ਅਸੀਂ ਸਿਆਣੇ ਬੰਦੇ ਜਿਹੜੇ ਵੀ ਹੈਗੇ ਉਹਨਾਂ ਦੀ ਸਲਾਹ ਨਾਲ ਚੱਲਾਂਗੇ। ਮੈਂ ਕੋਈ ਵੀ ਫੈਸਲਾ ਲੈਣਾ ਹੁੰਦਾ, ਮੈਂ ਆਪਣੇ ਜਿਹੜੇ 5-4 ਸਿਆਣੇ ਬੰਦੇ ਆ, ਮੇਰੇ ਮਨ 'ਚ ਵੀ ਬਹੁਤ ਗੱਲਾਂ ਆ ਜਾਂਦੀਆਂ ਨੇ। ਆ ਜਦੋਂ ਕਿਸਾਨਾਂ ਦੇ ਆਹ ਆਰਡੀਨੈਂਸ ਆਏ, ਮੇਰਾ ਉਦੋਂ ਪੱਕਾ ਮਨ ਸੀ ਕਿ ਮੈਂ ਅਸਤੀਫਾ ਦੇ ਕੇ, ਜਦੋਂ ਉਦੋਂ ਸਾਡਾ ਬੀਜੇਪੀ ਦਾ ਸਾਂਝ ਸੀ ਕਿ ਆਪਾਂ ਦਿੱਲੀ ਜਾ ਕੇ ਬੈਠੀਏ, ਮੈਂ ਸਟੇਟਮੈਂਟ ਵੀ ਦਿੱਤੀ ਕਿ ਅਕਾਲੀ ਦਲ ਨੂੰ ਹੁਣ ਬੀਜੇਪੀ ਦਾ ਸਾਥ ਛੱਡ ਦੇਣਾ ਚਾਹੀਦਾ ਤੇ ਹਰਸਿਮਰਤ ਕੌਰ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ। ਚਲੋ ਪਾਰਟੀ ਨੇ ਮੈਨੂੰ ਅਪਰੋਚ ਕੀਤਾ ਤੇ ਚਲੋ ਉਹਨਾਂ ਨੇ ਅਲਾਇੰਸ ਵੀ ਤੋੜਤਾ, ਲੇਕਿਨ ਫਿਰ ਵੀ ਮੈਂ ਬਚਿੱਤ ਸੀ। ਲੇਕਿਨ ਚੇਅਰਮੈਨ ਸਾਹਿਬ ਬੈਠਿਆ, ਗੋਪਸੀਆਂ ਸਾਹਿਬ, ਇਹਨਾਂ ਨੂੰ ਸਾਰਿਆਂ ਨੂੰ ਮੈਂ ਬੁਲਾਇਆ ਵੀ ਦੱਸੋ ਆਪਾਂ ਨੂੰ ਕੀ ਕਰਨਾ ਚਾਹੀਦਾ।
ਵੀ ਮੇਰਾ ਮਨ ਆ ਗੱਲ ਕਹਿੰਦਾ ਵਾ ਕਿ ਦੇਖੋ ਸਾਡੀ ਆਰਥਿਕ ਹੋਂਦ ਕਿਸਾਨੀ ਕਰਕੇ ਆ ਵੀ ਜੇ ਅੱਜ ਕਿਸਾਨੀ ਦਾ ਮੁੱਦਾ ਤਾਂ ਆਪਾਂ ਨੂੰ ਪਾਰਟੀ ਰਾਜਨੀਤੀ ਬਾਅਦ ਚ ਛੱਡ ਕੇ ਤੇ ਆਪਾਂ ਨੂੰ ਦਿੱਲੀ ਜਾਣਾ ਚਾਹੀਦਾ। ਚਲੋ ਇਹਨਾਂ ਨੇ ਵੀ ਸਲਾਹ ਦਿੱਤੀ ਵੀ ਇਹ ਸਮੇਂ ਆਉਂਦੇ ਜਾਂਦੇ ਰਹਿੰਦੇ, ਇਮੋਸ਼ਨਲ ਨਾ ਹੋ ਤੁਸੀਂ, ਠੀਕ ਆ। ਜਦੋਂ ਪਾਰਟੀ ਨੇ ਅਲਾਇੰਸ ਹੀ ਤੋੜਤਾ, ਆਪਣੀ ਗੱਲ ਮੰਨ ਲਈ, ਤਾਂ ਆਪਾਂ ਨੂੰ ਤੁਸੀਂ ਕੋਈ ਵੀ, ਕਿਉਂਕਿ ਮੇਰੀ ਰਾਜਨੀਤਿਕ ਹੋਂਦ ਅਕਾਲੀ ਦਲ ਕਰਕੇ ਆ, ਮੈਂ ਇਹ ਨਹੀਂ ਵੀ ਅਸੀਂ ਕਿਸੇ ਪਾਸੇ ਜਾਣਾ। ਇਹ ਮੈਂ ਦੇਖਿਆ ਵੀ ਲੀਡਰ ਨੇ ਜਿਹੜੇ ਛੇਤੀ ਭੱਜ ਲੈਂਦੇ ਆ, ਜੇ ਨਹੀਂ ਕੁਝ ਮਿਲਦਾ ਘਰੇ ਬਹਿ ਜਾਓ, ਕੋਈ ਨਹੀਂ, ਪਾਰਟੀ ਫਿਰ ਬਣਾ ਲਓ, ਠੀਕ ਆ। ਉਹ ਫਿਰ ਮੈਂ ਆਪਣੇ ਭਰਾ ਨੂੰ ਭੇਜਿਆ ਵੀ ਜਦੋਂ ਤੱਕ ਸੰਘਰਸ਼ ਚੱਲਦਾ ਵੀ ਆਪਾਂ ਜਿੰਨਾ ਵੀ ਆ ਯੋਗਦਾਨ ਪਾਈਏ, ਉੱਥੇ ਰਹਿਣ ਦਾ ਇੰਤਜ਼ਾਮ, ਲੰਗਰ ਪਾਣੀ ਦਾ ਜੋ ਵੀ ਸਹਿਯੋਗ ਹੈਗਾ, ਅਸੀਂ ਫਿਰ ਉਹਦੇ ਵਿੱਚ ਆਪਣਾ ਯੋਗਦਾਨ ਪਾਇਆ। ਸੋ ਕਹਿਣ ਦਾ ਭਾਵ ਕਿ ਅਸੀਂ ਕਈ ਵਾਰ ਜਦੋਂ ਕੋਈ ਮਨ 'ਚ ਗੱਲ ਆਉਂਦੀ ਆ ਸਮਾਂ ਆਉਂਦਾ, ਵੋਟਾਂ ਦਾ ਆਉਂਦਾ, ਉਦੋਂ ਚਾਰ ਸਿਆਣੇ ਬੰਦਿਆਂ ਨਾਲ ਸਲਾਹ ਜ਼ਰੂਰ ਕਰ ਲਓ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ, ਕਿ ਭਾਈ ਆਹ ਗੱਲਾਂ ਨੇ, ਆਹ ਕਮੀਆਂ ਨੇ, ਤੇ ਸਾਨੂੰ ਦੇਖੋ ਨਾ ਤਾਂ ਭਾਜਪਾ ਸਾਡੀ ਸਕੀ ਹੋ ਸਕਦੀ ਆ, ਨਾ ਕਾਂਗਰਸ, ਨਾ ਆਮ ਆਦਮੀ, ਇਹ ਤਾਂ ਸਾਨੂੰ ਲੁੱਟਣ ਆਉਂਦੇ ਨੇ। ਆਮ ਆਦਮੀ ਨੇ NRIਆਂ ਤੋਂ ਅਰਬਾਂ ਰੁਪਇਆ ਲੁੱਟਿਆ, ਅੱਜ NRI ਇਹਨਾਂ ਦੇ ਖਿਲਾਫ ਹੋ, ਕਹਿੰਦੇ ਇਹਨਾਂ ਨੂੰ ਵੋਟ ਨਾ ਪਾਏ, ਹੋਰ ਜਿਹਨੂੰ ਮਰਜ਼ੀ ਪਾ ਦਿਓ। ਹੁਣ ਨਵੀਂ ਚਰਚਾ ਇਹਨਾਂ ਨੇ SC ਭਾਈਚਾਰੇ ਦੇ ਨੌਜਵਾਨਾਂ 'ਚ ਥੋੜੀ ਉੱਥੇ ਅਪਰੋਚ ਕਰ ਰਹੇ ਆ, ਕਿਵੇਂ ਨਾ ਕਿਵੇਂ ਇਹ ਦੇਖਦੇ ਆ, ਬੜੀ ਸ਼ਾਤਰ ਨੇ ਵੀ ਕਿਵੇਂ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨੂੰ ਭੜਕਾਇਆ ਜਾ ਸਕਦਾ। ਉਹ ਜੀ ਸਕੀਮ ਲੈ ਕੇ ਆਉਣਗੇ, ਉਹ ਜੀ ਗੱਲ ਕਰਨਗੇ ਕਿ ਲੋਕ ਛੇਤੀ ਉਸ ਪਾਸੇ ਨੂੰ ਤੁਰ ਪੈਣ, ਵੋਟਾਂ ਲੈਣੀਆਂ, ਬਾਅਦ ਦੇ ਵਿੱਚ ਲੱਭਣਾ ਕਿਸੇ ਨੂੰ ਨਹੀਂ। ਸੋ ਇਸ ਲਈ ਆ 5 ਸਾਲ ਕਾਂਗਰਸ ਦੇ ਦੇਖ ਲਿਆ ਤੁਸੀਂ, ਝੂਠੇ ਲਾਰੇ, ਪਹਿਲਾਂ ਕੈਪਟਨ ਨੇ, ਫਿਰ ਚੰਨੀ ਨੇ, ਮਿਲਿਆ ਕਿਸੇ ਨੂੰ ਕੁਛ ਨਹੀਂ, ਨਾ ਇਹਨਾਂ ਨੇ ਦੇਣਾ। ਇਹ ਤਾਂ ਨਾਰੇ ਦੇ ਸਕਦੇ ਨੇ, ਇਹ ਉਦਾਂ ਦੇ ਸਬਜ਼ ਦਿਖਾ ਸਕਦੇ ਆ। ਦੇਖੋ ਪਹਿਲਾਂ ਕੈਪਟਨ ਵੋਟਾਂ ਲੈ ਗਿਆ, ਫਿਰ ਇਹਨਾਂ ਨੇ ਪੌਣੇ 5 ਸਾਲ ਦੇਖਿਆ ਵੀ ਸਭ ਫੇਲ ਹੋ ਗਿਆ, ਦਿੱਤਾ ਕੁਛ ਨਹੀਂ, ਫਿਰ ਕਹਿੰਦੇ ਇਹ ਮਾੜਾ ਜੀ ਇਕੱਲਾ ਉਹ ਚੰਨੀ ਨੂੰ ਅੱਗੇ ਲਿਆਂਦਾ, ਤੇ ਚੰਨੀ ਨੇ ਲਾਰਿਆਂ ਵਾਲੀ ਸਿਰੇ ਲਾਤੀ, ਉਹਨੇ ਇੱਕ ਵੀ ਕੋਈ ਉਹਦਾ ਐਲਾਨ ਜਿਹੜਾ ਲਾਗੂ ਨਹੀਂ ਹੋ ਸਕਿਆ। ਗਰੀਬ ਮੁੱਖ ਮੰਤਰੀ ਬਣਾਤਾ, ਜਿਹਦੇ ਭਤੀਜੇ ਦੇ ਘਰ ਰੇਡ ਹੋਈ ਆ, 10 ਕਰੋੜ ਰੁਪਇਆ ਮਿਲਿਆ। ਬੜਾ ਕੁਝ ਉਹਦੇ ਵਿੱਚੋਂ ਨਿਕਲਣਾ ਅਜੇ ਕਿ ਕਿਵੇਂ ਇਹ ਇਹਨਾਂ ਨੇ ਰੇਤੇ ਦੀ ਲੁੱਟ ਕੀਤੀ ਆ, ਕਿਵੇਂ ਇਹਨਾਂ ਨੇ ਕਰਪਸ਼ਨ ਕੀਤੀ ਆ। 3 ਮਹੀਨੇ 'ਚ ਮੇਰਾ ਖਿਆਲ ਆ ਵੀ ਇਹ ਕਿੰਨੇ 100 ਕਰੋੜ ਰੁਪਇਆ ਕਮਾ ਗਿਆ। ਹੌਲੀ ਹੌਲੀ ਸਾਰਾ ਕੁਝ ਸਾਹਮਣੇ ਆ ਹੀ ਜਾਣਾ, ਕਿਉਂਕਿ ਖੀਰ ਦੇ ਵਿੱਚ ਸੱਚਾਈ ਆ ਜਿਹੜੀ ਉਹ ਆ ਹੀ ਜਾਂਦੀ ਆ, ਸੱਚਾਈ ਨਹੀਂ ਰੁਕਦੀ ਹੁੰਦੀ। ਜਿੰਨੀਆਂ ਸਹੂਲਤਾਂ ਤੁਹਾਨੂੰ ਮਿਲੀਆਂ ਨੇ ਕਿਸੇ ਵੀ ਵਰਗ ਨੂੰ, ਕਿਸਾਨਾਂ ਦੇ ਟਿਊਬਰਾਂ ਦੇ ਬਿੱਲ ਮਾਫ ਹੋਏ ਨੇ, SC ਭਾਈਚਾਰੇ ਨੂੰ ਆਪਣੀ ਸ਼ਗਨ ਸਕੀਮ ਮਿਲ ਰਹੀ ਆ, ਚਾਹੇ ਆਟਾ ਦਾਲ ਸਕੀਮ 'ਚ ਕਣਕ ਮਿਲ ਰਹੀ ਆ, ਚਾਹੇ ਬਿਜਲੀ ਦੇ ਯੂਨਿਟ ਮਾਫ ਹੋਏ ਨੇ, ਚਾਹੇ ਪੈਨਸ਼ਨਾਂ ਨੇ, ਸਾਰੀਆਂ ਹੀ ਅਕਾਲੀ ਦਲ ਦੀ ਸਰਕਾਰ ਦੀ ਦੇਣ ਆ। ਇਹਨਾਂ ਦਾ ਕੋਈ ਵਾਅਦਾ ਪੂਰਾ ਨਹੀਂ ਹੋਇਆ। ਘਰ ਘਰ ਨੌਕਰੀ ਦੇਣ ਦੀਆਂ ਗੱਲਾਂ ਇਹਨਾਂ ਨੇ ਕੀਤੀਆਂ, ਕਿਸਾਨਾਂ ਦਾ ਕਰਜ਼ਾ ਮਾਫ ਕਰ ਦੀਆਂ ਗੱਲਾਂ ਕੀਤੀਆਂ, ਪਰ ਮੇਰਾ ਖਿਆਲ ਆ ਕਿਸਾਨਾਂ ਦਾ ਕਰਜ਼ਾ 5% ਵੀ ਮਾਫ ਨਹੀਂ ਕਰ ਸਕੇ। ਕਿਸਾਨ ਕਰਜ਼ੇ ਹੀ ਕਰ ਦਿੱਤੇ, ਜਿਹੜੇ ਵਧੀਆ ਪੈਸਾ ਮੋੜਦੇ ਵੀ ਸੀ ਨਾ ਕਰਜ਼ਾ, ਉਹਨਾਂ ਨੇ ਮੋੜਿਆ ਨਹੀਂ, ਵਿਆਜ ਪੈ ਕੇ ਉਹ ਕਈ ਗੁਣਾ ਹੋ ਗਿਆ, ਨੁਕਸਾਨ ਕਰਦਾ ਲੋਕਾਂ ਦਾ ਸਗੋਂ। ਸੋ ਇਸ ਲਈ ਗੁੰਮਰਾਹ ਨਾ ਹੋਈਏ, ਅਸੀਂ ਆਪਣਾ ਸੋਚ ਵਿਚਾਰ ਕੇ ਫੈਸਲੇ ਲਈਏ। ਇਹਨਾਂ ਦਿਨਾਂ ਦੇ ਵਿੱਚ ਜਿਹੜੇ ਆ ਆਉਂਦੇ ਨੇ ਪਰ ਜਥੇਬੰਦੀ ਤੋਂ ਮਨਜ਼ੂਰੀਆਂ ਮਿਲੀਆਂ, ਪਰ ਮੈਂ ਇੱਕ ਸਵਾਲ ਜਿਹੜਾ ਸਾਡੀ ਜਥੇਬੰਦੀ ਵੱਲੋਂ ਰੱਖਿਆ ਗਿਆ ਇਸ ਟਾਈਮ ਸਾਰੇ ਸਮੁੱਚੇ ਦੇਸ਼ ਵਾਸੀਆਂ ਵਾਸਤੇ, ਖਾਸ ਕਰ ਪੰਜਾਬ ਵਾਸੀਆਂ ਵਾਸਤੇ, ਕਿ ਨਰਿੰਦਰ ਤੋਮਰ ਜਿਨ੍ਹਾਂ ਨੇ ਇਹ ਕਾਨੂੰਨ ਦੇ ਰਾਹੀਂ ਲੋਕਾਂ ਦੇ ਨਾਲ ਇੱਕ ਕਿਸਮ ਦਾ ਉਹ ਖੇਤੀ ਤੇ ਕਬਜ਼ਾ ਕਰਨ ਦਾ ਸੁਪਨਾ ਪਾਲਿਆ ਸੀ, ਜਿਸ ਢੰਗ ਦਾ ਸੁਪਨਾ ਉਹਨਾਂ ਨੇ ਪੂਰਾ ਕਰ ਰਿਹਾ। ਰੇਲ ਵੇਚਤੀ, ਸਮੁੰਦਰੀ ਬੰਦਰਗਾਹਾਂ ਵੇਚਤੀਆਂ, ਹਵਾਈ ਜਹਾਜ਼ ਵੇਚਤੇ, LIC ਵੇਚਤੀ, ਤੇ ਹੁਣ ਖੇਤੀ ਤੇ ਉਹਨਾਂ ਦੀ ਆਖਾ। ਤੇ ਜਿਹੜਾ ਉਹਨਾਂ ਨੇ ਹੁਣ ਐਲਾਨ ਕੀਤਾ ਕਿ ਫੈਸਲਾ ਹੀ ਕੀਤਾ, ਨਰਿੰਦਰ ਤੋਮਰ ਕਹਿੰਦਾ ਅਸੀਂ ਸਿਰਫ ਇੱਕ ਕਦਮ ਪਿੱਛੇ ਹਟੇ ਹਾਂ, ਅਸੀਂ ਹੋਰ ਅੱਗੇ ਵਧਣਾ। ਉਸ ਵਾਸਤੇ ਆਉਣ ਵਾਲੇ ਸਮੇਂ 'ਚ ਤੁਹਾਡਾ ਕੀ ਸਟੈਂਡ ਹੋਊਗਾ? ਦੇਖੋ ਮੈਂ ਫੇਰ ਗੱਲ ਕਹਿਣਾ ਵੀ ਕਿਸਾਨੀ ਦੇ ਲਈ, ਮੇਰੇ ਲਈ ਪਹਿਲਾਂ ਕਿਸਾਨੀ ਆ, ਉਸ ਤੋਂ ਬਾਅਦ ਰਾਜਨੀਤੀ ਆ। ਆਪਾਂ ਜੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਇਹੋ ਜਿਹਾ ਫੈਸਲਾ ਲੈਂਦੇ ਨੇ, ਤਕੜੇ ਹੋ ਕੇ ਜੋ ਵੀ ਸੰਘਰਸ਼ ਵਿੱਢਣਾ ਪਿਆ, ਲੇਕਿਨ ਪਹਿਲੀ ਗੱਲ ਤਾਂ ਪੰਗਾ ਲੈਣਗੇ ਨਹੀਂ। ਹੁਣ ਉਹਨਾਂ ਨੇ ਇੱਕ ਪੰਗਾ ਲੈ ਕੇ ਕਿਸਾਨਾਂ ਨਾਲ ਦੇਖ ਲਿਆ, ਕਿਉਂਕਿ ਉਹਨਾਂ ਨੇ ਕਈ ਵਰਗਾਂ ਨੂੰ ਪਹਿਲਾਂ ਦਬਾ ਲਿਆ ਸੀਗਾ, ਉਹਨਾਂ ਨੇ ਕਈ ਭਾਈਚਾਰਿਆਂ ਨੂੰ ਦਬਾ ਲਿਆ ਸੀਗਾ ਪਹਿਲਾਂ, ਉਹਨਾਂ ਨੂੰ ਹੁਣ ਸੀਗਾ ਹੱਥ ਉਹਨਾਂ ਦਾ ਆਪਣਾ ਨੂੰ ਤਾਂ ਹੀ ਪਾਇਆ ਉਹਨਾਂ ਨੇ ਕਿ ਸ਼ਾਇਦ ਅਸੀਂ ਇਹ ਸਿੱਖ ਕੌਮ ਨੂੰ ਵੀ ਦਬ ਲਾਂਗੇ। ਲੇਕਿਨ ਜਿਹੜਾ ਸਾਨੂੰ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸੰਦੇਸ਼ ਦੇ ਕੇ ਗਏ ਆ ਕਿ ਇੱਕ ਸਿੱਖ ਦੇ ਲਈ ਜ਼ੁਲਮ ਕਰਨਾ ਤੇ ਸਹਿਣਾ ਦੋਨੇ ਪਾਪ ਨੇ। ਸੋ ਇਸ ਲਈ ਅਸੀਂ ਆਪਦੇ ਹੱਕਾਂ ਦੇ ਲਈ ਲੜੇ ਤੇ ਪ੍ਰਮਾਤਮਾ ਨੇ ਮਿਹਰ ਕੀਤੀ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ
ਜੇ ਪਹਿਲੀ ਗੱਲ ਤਾਂ ਇਹਨਾਂ ਨੇ ਕੋਈ ਪੰਗਾ ਲੈਣਾ ਨਹੀਂ, ਜੇ ਲੈਂਦੇ ਆ ਤਾਂ ਫਿਰ ਸਾਨੂੰ ਇਕਜੁੱਟ ਹੋ ਕੇ ਪਾਰਟੀਬਾਜ਼ੀਆਂ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਤਿਆਰ ਰਹਿਣਾ ਚਾਹੀਦਾ ਕਿ ਜਦੋਂ ਕੋਈ ਸਾਡੀ ਕਿਸਾਨੀ ਲਈ ਖਤਰਾ ਹੁੰਦਾ ਤਾਂ ਸਾਡੀ ਹੋਂਦ ਦਾ ਖਤਰਾ ਜਦੋਂ, ਉਦੋਂ ਫਿਰ ਸਾਨੂੰ ਇਹ ਚੀਜ਼ਾਂ ਤੋਂ ਉੱਪਰ ਉੱਠ ਕੇ ਕੋਈ ਵੀ ਸਾਨੂੰ ਕੋਈ ਆਉਣ ਵਾਲੇ ਸਮੇਂ 'ਚ ਕੋਈ ਪ੍ਰੋਗਰਾਮ ਵਿੱਢਣਾ ਪੈਂਦਾ, ਕੋਈ ਮੋਰਚਾ ਲਾਉਣਾ ਪੈਂਦਾ ਤਾਂ ਅਸੀਂ ਉਹਦੇ ਲਈ ਇਕਜੁੱਟ ਰਹੀਏ ਤਾਂ ਜੋ ਇਹ ਸੋਚਣ ਵੀ ਨਾ ਕਦੇ ਸਾਡੇ ਨਾਲ ਪੰਗਾ ਲੈਣ ਲਈ। ਬਾਕੀ ਸਾਡੀ ਸਰਕਾਰ ਆਉਂਦੀ ਆ, ਉਹਦੇ ਆਉਣ ਤੇ ਅਸੀਂ ਜਿਹੜੇ ਵੀ ਸਾਡੇ ਇਸ ਸੰਘਰਸ਼ ਦੇ ਮੋਹਰੀ ਰਹੇ ਨੇ, ਜਿਹੜੇ ਸਾਡੇ ਇਸ ਸੰਘਰਸ਼ ਦੇ ਵਿੱਚ ਜਿਹੜੇ ਸਮਝ ਰੱਖਦੇ ਆ ਸਾਰੀ ਕਿਸਾਨੀ ਦੇ ਬਾਰੇ, ਇਹਨਾਂ ਨੀਤੀਆਂ ਦੇ ਬਾਰੇ, ਸੋ ਉਹਨਾਂ ਦਾ ਵਿਚਾਰ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੈਗੇ ਆ ਕਿਸਾਨੀ ਦੇ ਭਲੇ ਲਈ ਫੈਸਲੇ ਲਏ ਜਾਣਗੇ। ਤੇ ਮੈਂ ਤਾਂ 100% ਸਮਰਪਿਤ ਹਾਂ ਕਿਸਾਨੀ ਨੂੰ। ਮੈਂ ਤੁਹਾਨੂੰ ਦੱਸ ਦਿੰਦਾ, ਆਪਾਂ ਨੂੰ ਕੋਈ ਲਾਲਚ ਨਹੀਂ ਹੈਗਾ, ਕੋਈ ਆਪਾਂ ਚਾਪਲੂਸੀ ਨਹੀਂ ਕਰਦੇ ਕਿਸੇ ਦੀ, ਕੋਈ ਸਾਨੂੰ ਕਿਸੇ ਤਰ੍ਹਾਂ ਦਾ ਡਰ ਨਹੀਂ ਹੈਗਾ ਕਿਸੇ ਤੋਂ ਵੀ। ਸੋ ਇਸ ਲਈ ਕਿਤੇ ਵੀ ਲੋੜ ਪਈ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਅੱਗੇ ਲੱਗ ਕੇ ਇਸ ਮਸਲੇ ਦੇ ਲਈ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਅਗਵਾਈ ਕਰਾਂਗੇ। ਠੀਕ ਆ, ਉਹ ਭਾਜਪਾ ਦਾ ਸਾਥ ਤਾਂ ਛੱਡ ਹੀ ਦਿੱਤਾ। ਆਉਣ ਵਾਲੇ ਸਮੇਂ ਦੇ ਵਿੱਚ ਜੇ ਇਸ ਤਰ੍ਹਾਂ ਦੀਆਂ ਨੀਤੀਆਂ ਨੇ ਜਿਹੜੀਆਂ ਇਹਨਾਂ ਦੀਆਂ, ਉਹਨਾਂ ਤੋਂ ਸਾਨੂੰ ਬੜਾ ਸੁਚੇਤ ਰਹਿਣ ਦੀ ਲੋੜ ਆ। ਤੇ ਸਾਨੂੰ ਤਾਂ ਜੋ ਵੀ ਤੁਸੀਂ ਹੁਕਮ ਕਰੋਗੇ, ਮੇਰਾ ਫੈਸਲਾ ਇਕੱਲੇ ਦਾ ਨਹੀਂ, ਮੇਰਾ ਫੈਸਲਾ ਲੋਕਾਂ ਦੇ ਨਾਲ ਆ। ਮੇਰਾ ਫੈਸਲਾ ਸਾਡੇ ਸਿਆਣੇ ਬਜ਼ੁਰਗ ਬੈਠੇ ਨੇ, ਕੋਈ ਵੀ ਫੈਸਲਾ ਲੈਣਾ ਤਾਂ ਅਸੀਂ ਸਾਰਿਆਂ ਦੀ ਸਲਾਹ ਨਾਲ ਲੈਣਾ। ਜਿਹੇ ਜਿਹੇ ਵੀ ਹਾਲਾਤ ਹੋਣਗੇ ਉਹਨਾਂ ਹਾਲਾਤ ਮੁਤਾਬਕ ਆ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੀ ਸਲਾਹ ਦੇ ਨਾਲ ਜਿਹੜੇ ਫੈਸਲੇ ਲਏ ਜਾਣਗੇ। ਧੰਨਵਾਦ। ਠੀਕ ਹੈ ਜੀ। ਹਾਂਜੀ ਵੀਰੇ ਦੇਖੋ ਜੀ, ਠੀਕ ਹੈ ਜੀ। ਅੱਗੇ ਤੇ ਆ ਜਾਓ ਵੀ ਐਨੂੰ ਆ ਜਾਓ, ਤੁਸੀਂ ਨਾਲ ਨਾਲ ਆ ਜਾਓ, ਐਨੂੰ ਹੋਰ ਆ ਜਾਓ ਇੱਧਰ ਜੀ। ਆ ਜਾਓ ਜੀ, ਨਾਲ ਨੂੰ ਆ ਜਾਓ ਜੀ, ਅੱਗੇ ਨੂੰ ਆ ਜਾਓ ਥੋੜਾ ਜਿਹਾ, ਕੋਈ ਗੱਲ ਨਹੀਂ।